बहुत स्वागत है जी सारे स्टूडेंट्स का। कनेडा नूं लैके बहुत सारे तरह के असी प्रोग्राम सुनते हैं, एडवरटाइजमेंट सुनते हैं अखबारों टैलीविजन फीस आफ्टर वीज़ा, पे आफ्टर वीज़ा। पर ये कितना क सक्सैसफुल है मॉडल? लीगल टर्म्स असी गल नहीं करांगे, पर यह मॉडल कितना क सक्सैसफुल है जिहदे उपर इन्ना रौला रप्पा पैंदा। बहुत सारे वड्डे वड्डे कंसलटेंट्स ने जिहड़े वो अखबारां टैलीविजन एडवरटाइजमेंट भी करते हैं, सोशल मीडिया के उत्ते एल बैंड, टी बैंड, यू बैंड, फीस आफ्टर वीज़ा, फीस आफ्टर वीज़ा। जसमीत सिंह भाटिया होरां दे नाल अज कपड़ छान करांगे फीस आफ्टर वीज़ा का एनालिसिस करांगे कि आखिर ये कितना सक्सैसफुल मॉडल है और जिहड़ियां रिफ्यूज़ल पिछे जे कनेडा चों आईयां कि फीस आफ्टर वीज़ा केसिस च भी आईयां ने, किन्नियां आईयां ने, ये सारे विषय ते गल करांगे। जसमीत जी बहुत बहुत स्वागत है। सत श्री अकाल। जसमीत जी तुसीं नहीं करदे फीस आफ्टर वीज़ा, लैंडमार्क क्यों नहीं करदा फीस आफ्टर वीज़ा? सी जो कैनेडा का प्रोसैस है ਉਹਦੇ 'ਚ ਲਿਖਿਆ ਹੈ ਕਿ ਜਿਹੜੀ ਫੀਸ ਹੈ ਉਹ ਪਹਿਲਾਂ ਦੇਣੀ ਹੈ, ਜਿਹੜੇ GIC ਹੈ ਉਹ ਪਹਿਲਾਂ ਦੇਣਾ, ਜਿਹੜੇ ਡਾਕੂਮੈਂਟਸ ਆ ਉਹ ਪਹਿਲਾਂ ਸਬਮਿਟ ਕਰਾਣੇ ਆ। ਫਿਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੇ ਆਫਟਰ ਵੀਜ਼ਾ ਦਾ ਕਨਸੈਪਟ ਕੈਨੇਡਾ 'ਚ ਲਾਗੂ ਹੀ ਨਹੀਂ ਹੁੰਦਾ ਜੀ। ਜੇ ਅਸੀਂ ਕਿਸੇ ਹੋਰ ਕੰਟਰੀ ਦੀ ਗੱਲ ਕਰ ਲੈਂਦੇ ਹਾਂ, ਨਿਊਜ਼ੀਲੈਂਡ ਐਗਜ਼ਾਮਪਲ ਲੈ ਲੈਂਦੇ ਹਾਂ, ਉੱਥੇ ਪਹਿਲਾਂ ਪੈਸੇ ਨਹੀਂ ਜਾਂਦੇ, ਪਹਿਲਾਂ ਸਿਰਫ ਫੰਡ ਸਟੇਟਮੈਂਟਸ ਜਾਂਦੀਆਂ। ਜੇ ਤੁਹਾਡਾ ਵੀਜ਼ਾ ਅਪਰੂਵ ਹੁੰਦਾ ਤਾਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਾਂਦੇ ਆ। ਸਿੰਗਾਪੁਰ ਦੀ ਗੱਲ ਕਰ ਲੈਂਦੇ ਹਾਂ, ਉੱਥੇ ਵੀ ਵੀਜ਼ਾ ਲੱਗਣ ਤੋਂ ਬਾਅਦ ਫੀਸ ਜਾਂਦੀ ਹੈ। ਪਹਿਲਾਂ IPA ਆਉਂਦਾ, ਫਿਰ ਫੀਸ ਜਾਂਦੀ ਹੈ, ਫਿਰ ਵੀਜ਼ਾ ਸਟੈਂਪ ਹੁੰਦਾ। USA ਦੀ ਗੱਲ ਕਰ ਲੈਂਦੇ ਹਾਂ, ਇੰਟਰਵਿਊ ਕਲੀਅਰ ਹੁੰਦੀ ਹੈ ਤਾਂ ਫੀਸ ਦੇਣੀ ਪੈਂਦੀ ਹੈ, ਪਹਿਲਾਂ ਨਹੀਂ ਦੇਣੀ ਪੈਂਦੀ। ਸੋ ਜਿਹੜੇ ਕੰਟਰੀ 'ਚ ਨਹੀਂ ਦੇਣੀ ਪੈਂਦੀ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਟਿਊਸ਼ਨ ਫੀਸ ਆਫਟਰ ਵੀਜ਼ਾ ਦੇ ਸਕਦਾ। ਪਰ ਜਿਹੜੇ ਕੰਟਰੀ 'ਚ ਦੇਣੀ ਪੈਂਦੀ ਹੈ, ਜਿਹੜਾ ਕੈਨੇਡਾ ਦਾ ਪ੍ਰੋਸੈਸ ਹੈ, ਦੋ ਸਟਰੀਮਸ ਹੈਗੀਆਂ, SDS, ਨੋਨ SDS। ਪਹਿਲਾ ਸਟੈਪ ਜਿਹੜਾ ਹੈਗਾ ਉਹ ਹੈਗਾ ਆਫਰ ਲੈਟਰ ਮੰਗਾਣੀ। ਦੂਜਾ ਸਟੈਪ ਹੈ ਟਿਊਸ਼ਨ ਫੀਸ ਪੇ ਕਰਨੀ। ਜੇ SDS 'ਚ ਫਾਈਲ ਲਾਉਣੀ ਹੈ ਤਾਂ ਪੂਰੇ ਸਾਲ ਦੀ ਟਿਊਸ਼ਨ ਫੀਸ ਪੇ ਕਰਨੀ, ਔਰ ਜੇ ਨੋਨ SDS 'ਚ ਫਾਈਲ ਲਾਣੀ ਹੈ ਤਾਂ 6 ਮਹੀਨੇ ਦੀ ਫੀਸ ਪੇ ਕਰਕੇ ਤੁਸੀਂ ਲਗਾ ਸਕਦੇ ਹੋ। GIC ਲਿਵਿੰਗ ਕਾਸਟ ਦਿਖਾਉਣ ਲਈ ਇੰਪੋਰਟੈਂਟ ਹੈ। ਮੈਂ ਤਾਂ ਹਰ ਸਟੂਡੈਂਟ ਨੂੰ ਗਾਈਡ ਕਰਦਾ, ਚਾਹੇ SDS, ਨੋਨ SDS, GIC ਇਜ਼ ਕੰਪਲਸਰੀ। ਵਿਦਾਊਟ GIC ਫਾਈਲ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਜੇ ਤੁਸੀਂ GIC ਪੇ ਨਹੀਂ ਕੀਤਾ ਤਾਂ 36 ਸਵਾਲ ਉੱਠਦੇ ਆ ਕਿ ਜਿਹੜੇ ਤੁਸੀਂ ਫੰਡ ਸ਼ੋਅ ਕੀਤੇ ਆ ਉਹ ਪੁਰਾਣੇ ਆ, ਜਿਹੜੇ ਤੁਸੀਂ ਫੰਡ ਸ਼ੋਅ ਕੀਤੇ ਆ ਉਹ ਕਿੱਥੋਂ ਆਏ ਆ, ਜਿਹੜੇ ਤੁਸੀਂ ਫੰਡ ਸ਼ੋਅ ਕੀਤੇ ਆ ਤੁਹਾਡੀ ਫਾਦਰ ਮਦਰ ਦੀ ਇਨਕਮ ਨਾਲ ਮੈਚ ਕਰਦੇ ਆ। ਸੋ ਆਪਾਂ ਜੇ GIC ਜਮ੍ਹਾਂ ਕਰਾ ਦਿੰਦੇ ਆ, ਦੈਟ ਮੀਨਸ ਉਹਨਾਂ ਸਾਰਿਆਂ ਸਵਾਲਾਂ ਦਾ ਆਪਾਂ ਆਨਸਰ ਦੇ ਦਿੱਤਾ। ਸੋ ਪੈਸੇ ਪਹਿਲਾਂ ਹੀ ਜਾਂਦੇ ਨੇ, ਟਿਊਸ਼ਨ ਫੀਸ ਪਹਿਲਾਂ ਜਾਂਦੀ ਹੈ, GIC ਪਹਿਲਾਂ ਜਾਂਦਾ। ਸੋ ਪੇ ਆਫਟਰ ਵੀਜ਼ਾ ਕੀ ਕੰਸਲਟੈਂਟ ਦੀ ਫੀਸ ਜਾਂ ਟਿਊਸ਼ਨ ਫੀਸ? ਸੋ ਇਹਦੇ 'ਚ ਬੜੀ ਵੱਡੀ ਕੀ ਕਹਿੰਦੇ ਕਨਫਿਊਜ਼ਨ ਬਣੀ ਹੋਈ ਆ। ਸੋ ਮੈਨੂੰ ਇਹ ਸਾਰੀਆਂ ਐਡਾਂ ਜਦੋਂ ਮੈਂ ਦੇਖਦਾ ਕਿ ਪੇ ਆਫਟਰ ਵੀਜ਼ਾ ਦੀਆਂ ਐਡਾਂ ਔਰ ਵੀਜ਼ਾ ਸ਼ਰਤੀਏ ਲੱਗਦੇ ਆ, ਸੋ ਮੈਨੂੰ ਇਹ ਸਾਰੀਆਂ ਐਡਾਂ ਦਾ ਕਨਸੈਪਟ ਨਹੀਂ ਸਮਝ ਆਉਂਦਾ। ਭਾਵੇਂ ਬਹੁਤ ਵਧੀਆ ਕੰਮ ਕਰਦੇ ਹੋਣ, ਬਹੁਤ ਸਾਰੇ ਵੀਜ਼ਾ ਆਉਂਦੇ ਹੋਣ, ਬਟ ਮੈਂ ਸਟੂਡੈਂਟਸ ਨੂੰ ਇਹੀ ਗਾਈਡ ਕਰਾਂਗਾ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈ, ਜੇ ਉਹਨਾਂ ਨੂੰ ਅਸੀਂ ਨਹੀਂ ਫੋਲੋ ਕਰਾਂਗੇ ਔਰ ਉਹਨਾਂ ਦੇ ਅਨੁਸਾਰ ਅਸੀਂ ਆਪਣੀ ਫਾਈਲ ਨਹੀਂ ਲਾਵਾਂਗੇ ਤਾਂ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ 1% ਹੀ ਰਹਿ ਜਾਊਗਾ। ਮਤਲਬ 100 ਚੋਂ 1 ਦਾ ਹੀ ਵੀਜ਼ਾ ਆਉਂਦਾ ਹੋਊਗਾ, ਬਾਕੀ 99 ਰਿਫਿਊਜ਼ਲਾਂ ਆ ਸਕਦੀਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਟੂਡੈਂਟਸ ਨੂੰ ਖਿਆਲ ਰੱਖਣਾ ਚਾਹੀਦਾ। ਔਰ ਜਿਹੜੇ ਰੂਲਸ ਹੈਗੇ ਆ, ਜਿਹੜੇ ਪਹਿਲਾਂ ਫੀਸ ਜਾਣੀ ਹੈ ਕੈਨੇਡਾ 'ਚ, ਉਹ ਪੇ ਕਰਕੇ ਹੀ ਆਪਣੀ ਫਾਈਲ ਲਗਾਉਣੀ ਚਾਹੀਦੀ ਹੈ। बिल्कुल ठीक है। और जिहड़ा रिफ्यूजल पिछे दे काफ़ी ज़्यादा आए, की लगता है फीस आफ्टर वीज़ा च भी काफ़ी ज़्यादा रिफ्यूजल? नॉर्मली सानूं लगदा कि फीस आफ्टर वीज़ा च असीं प्राइवेट कॉलेज च अप्लाई करते हैं, और प्राइवेट कॉलेज च तुसीं अप्लाई करते हैं तो फीस रिफ्यूजल के बहुत हाई चांसिस हो जाते हैं। जो देखने को मिलता, बहुत सारे स्टूडेंट साडे को विजिट करते हैं आफ्टर रिफ्यूजल। सो स्टूडेंट्स मैनूं ना लगता है कि सरकारी कॉलेज च अप्लाई करो जे तुसीं जेन्युइन स्टूडेंट हैगे हो। जे तुहाडा मोटिव ही नहीं हैगा पढ़ना, फिर तुसीं प्राइवेट कॉलेज च अप्लाई कर सकते हो। फिर PR लैनी भी औखी है, PR लैन लई भी तुहानूं उत्थे जाके की करना पेगा। पहली गल तां वीज़ा के चांसिस बहुत घट है, जे वीज़ा लग भी गया तो PR के चांसिस बहुत घट है। और जे तुसीं PR किस तरह लोगे, ये उत्ते बड़े वड्डा जिन्हों कहते हैं क्वेश्चन मार्क है। क्वेश्चन मार्क है, बिल्कुल ठीक है। सो फीस आफ्टर वीज़ा दे विच रिस्क रिफ्यूजल का इस करके ज़्यादा है क्योंकि सरकारी कॉलेज के चांसिस बहुत घट ने। बिल्कुल प्राइवेट कॉलेज तुहानूं भेजा जाना है, ਉਹਦੇ ਲਈ ਤੁਹਾਡੇ ਤੇ ਇੱਕ ਐਲੀਜੀਬਿਲਿਟੀ ਦਾ ਜਿਹੜਾ ਕੁਐਸਚਨ ਮਾਰਕ ਵੀ ਖੜਾ ਹੋ ਜਾਂਦਾ ਹੈ। ਮੈਂ ਇਹ ਦੇਖਦਾ ਜੀ ਜਸਮੀਤ ਜੀ, ਪਰ ਟ੍ਰੈਂਡ ਬਹੁਤ ਹੈ, ਸਟੂਡੈਂਟ ਕੀ ਸਮਝ ਨਹੀਂ ਪਾ ਰਹੇ। ਜਦੋਂ ਅਸੀਂ ਕਹਿੰਦੇ ਹਾਂ ਨਾ ਸਭ ਕੁਝ ਫ੍ਰੀ ਤਾਂ ਲੋਕਾਂ ਨੂੰ ਅਟਰੈਕਟ ਬਹੁਤ ਜ਼ਿਆਦਾ ਕਰਦੀ ਹੈ ਚੀਜ਼। ਸੋ ਸਟੂਡੈਂਟ ਜਦੋਂ ਦੇਖਦੇ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਸੋ ਸਟੂਡੈਂਟ ਲੱਗਦਾ ਕਿ ਕੈਨੇਡਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਇੱਦਾਂ ਤਾਂ ਹੈ ਨਹੀਂ।
ਜਾਂ ਤਾਂ ਕੋਈ ਇਹਨਾਂ ਦੀ ਸੈਟਿੰਗ ਹੋਏਗੀ, ਬਟ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਦੀ ਵੀ ਸੈਟਿੰਗ ਨਹੀਂ ਹੁੰਦੀ ਅੰਬੈਸੀ ਵਿੱਚ। ਜਿਹੜੇ ਰੂਲਸ ਆ ਉਹ ਫੋਲੋ ਕਰਨੇ ਹੀ ਪੈਂਦੇ ਆ, ਔਰ ਜਿਹੜੀਆਂ ਚੀਜ਼ਾਂ ਸੁਣਨ ਨੂੰ ਚੰਗੀਆਂ ਲੱਗਦੀਆਂ, ਅੱਜ ਵੀ ਐਡ ਮੈਂ ਦੇਖਦਾ 5 ਬੈਂਡ ਤੇ ਮੇਰਾ ਵੀਜ਼ਾ ਲੱਗ ਕੇ ਆਇਆ ਕੈਨੇਡਾ ਦਾ। ਕਿਸੇ ਕੰਸਲਟੈਂਟ ਨੇ ਅੱਜ ਵੀਡੀਓ ਪਾਇਆ ਕਿ 5 ਬੈਂਡ ਤੇ ਵੀਜ਼ਾ ਲੱਗ ਕੇ ਆਇਆ। ਆਈ ਡੋਂਟ ਨੋ ਕਿ ਕਿੱਦਾਂ ਉਹ ਵੀਜ਼ਾ ਲੱਗ ਕੇ ਆਇਆ, ਜਾਂ ਕਿੱਦਾਂ ਉਹ ਝੂਠ ਹੈ ਸੱਚ ਹੈ, ਕਿਸੇ ਪਰਸਨ ਨੂੰ ਕਿੱਦਾਂ ਖੜਾ ਕਰਤਾ। ਸਾਡੇ 14 ਸਾਲ ਦੇ ਕਰੀਅਰ ਵਿੱਚ ਮੈਂ ਸਮਝਦਾ ਕਿ ਅਸੀਂ ਕੋਈ ਵੀ ਇਦਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਿਹੜੀ ਪੋਸੀਬਿਲਿਟੀ ਨਹੀਂ ਹੈਗੀ। ਉਹੀ ਚੀਜ਼ਾਂ ਪ੍ਰਮੋਟ ਕੀਤੀਆਂ ਜਾਂਦੀਆਂ ਜਿਹੜੀਆਂ ਪੋਸੀਬਲ ਹੈ। ਕਈ ਵਾਰੀ ਇਦਾਂ ਦੇ ਰਿਜ਼ਲਟ ਐਕਸੀਡੈਂਟਲ ਵੀ ਆ ਜਾਂਦੇ ਆ। ਉਹ ਕਹਿ ਲਓ ਕਿ ਲੱਖਾਂ ਵਿੱਚੋਂ ਇੱਕ ਦਾ ਵੀਜ਼ਾ ਲੱਗ ਸਕਦਾ, ਬਟ 5 ਬੈਂਡ ਤੇ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ। ਪਰ ਬੱਚਿਆਂ ਨੂੰ ਸੁਣਨ 'ਚ ਬਹੁਤ ਚੰਗਾ ਲੱਗੇਗਾ। ਜਿਹੜੇ ਵੀਕ ਸਟੂਡੈਂਟ ਹੋਣਗੇ ਉਹ ਆਪਣੇ ਮਾਪਿਆਂ ਨੂੰ ਕਹਿਣਗੇ ਆਹ ਦੇਖੋ ਮੈਂ ਮਸ਼ਹੂਰੀ ਦੇਖੀ ਕਿ 5 ਬੈਂਡ ਤੇ ਵੀਜ਼ਾ ਲੱਗ ਗਿਆ, 5.5 ਬੈਂਡ ਤੇ ਵੀਜ਼ਾ ਲੱਗ ਗਿਆ। ਸੋ ਨਾਰਮਲੀ ਸਟੂਡੈਂਟ ਜਿਨ੍ਹਾਂ ਕੋਲ ਬਜਟ ਨਹੀਂ ਹੁੰਦਾ ਕੈਨੇਡਾ ਜਾਣ ਦਾ, ਉਹਨਾਂ ਨੂੰ ਲੱਗਦਾ ਕਿ ਆਹ ਦੇਖੋ ਸਾਨੂੰ ਪੇ ਆਫਟਰ ਵੀਜ਼ਾ ਦੇਣਾ, ਪਹਿਲਾਂ ਦੇਣਾ ਹੀ ਨਹੀਂ ਪੈਸਾ। ਸੋ ਕਿਤੇ ਨਾ ਕਿਤੇ ਉਹ ਆਪਣੇ ਕਰੀਅਰ ਨਾਲ ਖਿਲਵਾੜ ਕਰ ਰਹੇ ਨੇ। ਸੋ ਜਿਹੜੇ ਕੰਟਰੀ ਤੁਸੀਂ ਅਫੋਰਡ ਕਰ ਸਕਦੇ ਹੋ, ਉਹਦੇ ਰੂਲਸ ਐਂਡ ਰੈਗੂਲੇਸ਼ਨ ਤੁਸੀਂ ਫੋਲੋ ਕਰ ਸਕਦੇ ਹੋ, ਉਸੇ ਕੰਟਰੀ 'ਚ ਤੁਸੀਂ ਅਪਲਾਈ ਕਰੋ, ਨਹੀਂ ਤਾਂ ਤੁਸੀਂ ਉਸ ਕੰਟਰੀ 'ਚ ਨਾ ਅਪਲਾਈ ਕਰੋ। ਬਿਲਕੁਲ ਠੀਕ ਹੈ। ਜੋਖਿਮ ਹੋਰ ਕੀ ਹੈ ਪੇ ਆਫਟਰ ਵੀਜ਼ਾ 'ਚ ਜਿਹੜੇ ਸਟੂਡੈਂਟ ਅਪਲਾਈ ਕਰਦੇ? ਬੈਨ ਲੱਗ ਸਕਦਾ, ਦੱਸਿਆ ਵੀ ਨਹੀਂ ਜਾਂਦਾ। ਜਦੋਂ ਰਿਫਿਊਜ਼ਲ ਆਂਦੀ ਹੈ ਉਸ ਕੇਸ 'ਚ ਦੱਸਿਆ ਵੀ ਨਹੀਂ ਜਾਂਦਾ ਸਟੂਡੈਂਟ ਨੂੰ ਕਿ ਤੁਹਾਡੇ ਤੇ ਬੈਨ ਲੱਗਾ ਕਿ ਨਹੀਂ ਲੱਗਾ। ਡਾਕੂਮੈਂਟ ਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਹਾਡੀ ਫਾਈਲ ਵਿੱਚ ਕੀ ਪਾਇਆ ਗਿਆ। ਤੁਹਾਨੂੰ ਜਦੋਂ ਤੁਸੀਂ ਕੰਸਲਟੈਂਟ ਨੂੰ ਪੁੱਛ ਹੀ ਨਹੀਂ ਸਕਦੇ ਕਿ ਜਦੋਂ ਸਭ ਕੁਝ ਆਪਾਂ ਵੀਜ਼ਾ ਦੇ ਬਾਅਦ ਦੇਣਾ ਹੈ, ਤਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਫਾਈਲ 'ਚ ਕੀ ਲੱਗਾ। ਨਾਰਮਲੀ ਪੇ ਆਫਟਰ ਵੀਜ਼ਾ 'ਚ ਫੰਡ ਸ਼ੋ ਕਰਨ ਨੂੰ ਕਿਹਾ ਜਾਂਦਾ, ਬਟ ਕੈਨੇਡਾ 'ਚ ਫੰਡ ਸ਼ੋ ਦੀ ਜ਼ਰੂਰਤ ਹੀ ਨਹੀਂ ਹੈਗੀ। ਸੋ ਫੰਡ ਸ਼ੋ ਕਿਉਂ ਕਰੀਏ ਅਸੀਂ ਕੈਨੇਡਾ 'ਚ? ਸੋ ਇਹ ਸਾਰੇ ਰਿਸਕ ਤੁਸੀਂ ਲੈ ਕੇ ਆਪਣੀ ਫਾਈਲ ਲਾਉਂਦੇ ਹੋ ਔਰ ਆਪਣੇ ਕਰੀਅਰ ਨੂੰ ਇੱਕ ਫੁੱਲ ਸਟਾਪ ਲਵਾ ਸਕਦੇ ਹੋ। ਸੋ ਮੋਸਟਲੀ ਰਿਫਿਊਜ਼ਲਸ ਆਉਂਦੀਆਂ ਔਰ ਬਹੁਤ ਘੱਟ ਵੀਜ਼ਾ ਆਉਂਦੇ ਆ। ਸੋ ਡੈਫੀਨੇਟਲੀ ਯੂ ਸ਼ੁੱਡ, ਦੇਖੋ ਅੱਜ ਦੀ ਡੇਟ 'ਚ ਐਵਰੀਥਿੰਗ ਇਜ਼ ਆਨਲਾਈਨ। CIC ਦੀ ਵੈਬਸਾਈਟ ਤੇ ਜਾਓ, ਚੈੱਕ ਕਰੋ ਕਿ ਕੀ ਡਾਕੂਮੈਂਟ ਚਾਹੀਦੇ ਆ, ਸਾਫ਼ ਲਿਖਿਆ LOA ਚਾਹੀਦੀ ਹੈ, ਫੀ ਰਿਸੀਟ ਚਾਹੀਦੀ ਹੈ, ਫਿਰ ਤੁਸੀਂ ਆਪਣੀ ਫਾਈਲ ਲੌਂਚ ਕਰੋਗੇ। GIC ਸਰਟੀਫਿਕੇਟ ਚਾਹੀਦਾ। ਸੋ ਕੌਣ ਦੇਗਾ ਤੁਹਾਡੀ ਟਿਊਸ਼ਨ ਫੀਸ 8-10 ਲੱਖ ਰੁਪਈਆ ਕੌਣ ਕੰਸਲਟੈਂਟ ਭਰੇਗਾ? ਕੋਈ ਨਹੀਂ ਭਰੇਗਾ। GIC 5.5 ਲੱਖ 6 ਲੱਖ ਰੁਪਈਆ ਕੌਣ ਭਰੇਗਾ? ਕੋਈ ਕੰਸਲਟੈਂਟ ਨਹੀਂ ਭਰੇਗਾ। ਸੋ ਦਿਸ ਆਲ ਹੈਜ਼ ਟੂ ਬੀ ਪੇਡ ਬਾਈ ਯੂ। So pay after visa for Canada I feel is really low chances of getting visa. So definitely apply in a government college, pay your tuition fees, pay for GIC, then only lodge your file. ਬਿਲਕੁਲ। ਸੋ ਮੈਂ ਉਮੀਦ ਕਰਦਾ ਕਿ ਸਟੂਡੈਂਟਸ ਜ਼ਰੂਰ ਜਸਮੀਤ ਭਾਟੀਆ ਜੀ ਦੀਆਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਨੋਟ ਕਰਨਗੇ, ਸਮਝਣਗੇ। 90413 90412 ਹੈਲਪਲਾਈਨ ਨੰਬਰ ਹੈ। ਡਾਕੂਮੈਂਟਸ ਭੇਜ ਕੇ ਐਕਸੈਸ ਕਰਾ ਸਕਦੇ ਹੋ। info@landmarkimmigration.com ਤੇ ਵੀ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ। ਸੋ ਥੈਂਕ ਯੂ ਸੋ ਮਚ। ਕੋਈ ਕਨਫਿਊਜ਼ਨ ਹੈ, ਕੋਈ ਕਲੈਰੀਫਿਕੇਸ਼ਨ ਹੈ ਤੇ 90413 90412 ਤੇ ਤੁਸੀਂ ਕਾਲ ਕਰੋ। ਥੈਂਕ ਯੂ ਸੋ ਮਚ ਸਰ। ਧੰਨਵਾਦ।